लाल सलाम। वाहिगुरू जी का खालसा वाहिगुरू जी की फतेह। अज मैं तुहानूं इहो ਜਿਹੀ शख्सियत नाल मिलाउण जा रहा जिहदा नाम है सुखा सिंह आजाद सोच। इहो जिहे सोच के धारनी जिहड़े एक विलखण किस्म के अपने विचार रखते हैं, हर एक गल का जवाब तर्क नाल दिंदे हैं। आओ पहले इन्हां दा स्वागत करते हैं। वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह। जय भीम जय भारत। सुखा सिंह जी, सानू बड़ी खुशी हुई अज तुहाडे नाल मिल के। बड़े टामे विचार होंदे आ, वखरे वखरे विचार होंदे आ, पर जिहड़े तर्क दे नाल जवाब देने बड़े मुश्किल होंदे आ। ते मैं तुहानूं शॉर्टकट जे मैं पुछा कि रविदास क्रांतिकारी श्री गुरु रविदास महाराज जी है, उन्हां दी सोच ज़्यादातर पंजाब दे विच काफ़ी उन्हां प्रचलित है, उन्हां दी सोच नूं मन्नण वाले लोग आ। ਜਦੋਂ ਇਹ ਗੱਲ ਕਹਿੰਦੇ ਇਹਦੇ ਵਿੱਚ ਵੀ ਅੱਧ ਕਥਨੀ ਹੁੰਦੀ ਆ, ਅਸਲ ਵਿੱਚ ਸੋਚ ਨੂੰ ਮੰਨਣ ਵਾਲੇ ਨਹੀਂ, ਉਹਨਾਂ ਨੂੰ ਮੰਨਣ ਵਾਲੇ ਬਹੁਤ ਆ। ਤੁਸੀਂ ਇਹਦੇ ਵਿੱਚ ਕੀ ਸਮਝਦਾ ਕਿ ਇਹ ਜਿਹੜੀਆਂ ਰਵਿਦਾਸ ਮਹਾਰਾਜ ਜੀ ਤੇ ਸੰਸਥਾਵਾਂ ਬਣੀਆਂ ਆ, ਉਹਨਾਂ ਦੀ ਕਿਤੇ ਨਾ ਕਿਤੇ ਖੜੋਤ ਆ ਜਾਂ ਲੋਕਾਂ ਦੇ ਵਿੱਚ ਖੜੋਤ ਆ? ਕਿਤੇ ਨਾ ਕਿਤੇ ਇਹ ਗੱਲ ਕਿਉਂ ਰੁਕੀ ਹੋਈ ਆ ਵੀ ਜਿਹੜਾ ਰਵਿਦਾਸ ਮਹਾਰਾਜ ਜੀ ਦਾ ਕਾਫਲਾ ਆ, ਕ੍ਰਾਂਤੀਕਾਰੀ ਕਾਫਲਾ, ਉਹ ਅੱਗੇ ਕਿਉਂ ਨਹੀਂ ਜਾ ਸਕਿਆ? ਮੈਂ ਜਿੰਨੇ ਵੀ ਸਾਨੂੰ ਸੁਣਨ ਵਾਲੇ ਸਰੋਤੇ ਆ ਉਹਨਾਂ ਨੂੰ ਇੱਕ ਬੇਨਤੀ ਕਰਦਾ ਕਿ ਜਦੋਂ ਤੁਸੀਂ ਕਿਸੇ ਰਹਿਬਰ ਬਾਰੇ ਵੀ ਜਾਣਨਾ ਹੈ ਨਾ ਜੀ, ਤਾਂ ਉਹਨਾਂ ਦੀਆਂ ਲਿਖਤਾਂ ਉਹਨਾਂ ਦੇ ਗਿਆਨ ਚੋਂ ਹੀ ਜਾਣ ਸਕਦੇ ਆ। ਬਿਲਕੁਲ। ਤੇ ਜਿਹੜਾ ਸਵਾਲ ਆ ਤੁਹਾਡਾ, ਇਹ ਸਤਿਗੁਰੂ ਰਵਿਦਾਸ ਦੇ ਟਾਈਮ ਵੀ ਇਹੀ ਸਮਾਂ ਇਹੋ ਜਿਹਾ ਸੀਗਾ ਕਿ ਜਦੋਂ ਉਹ ਕਹਿੰਦੇ ਅਵਿਦਿਆ ਹਿਤ ਕੀਨ ਵਿਵੇਕ ਦੀਵਕ ਮਲੀਨ। ਉਹਦਾ ਕਹਿਣ ਦਾ ਮਤਲਬ ਆ ਕਿ ਸਾਡਾ ਜਿਹੜੇ ਲੋਕ ਆ ਅਗਿਆਨਤਾ ਦਾ ਹਿੱਤ ਕਰਦੇ ਸੀ। ਬਿਲਕੁਲ। ਤੇ ਉਹ ਆਪਣਾ ਜਿਹੜਾ ਵਿਵੇਕ ਦਾ ਜਿਹੜਾ ਤਰਕ ਦਾ ਜਿਹੜਾ ਅਸੀਂ ਕਹਿੰਦੇ ਆ ਨਾ, ਜਿੱਥੇ ਅਸੀਂ ਕੋਈ ਫਰਕ ਕੱਢਣਾ, ਉਹ ਜਿਹੜਾ ਦੀਵਾ ਸੀ ਅਗਿਆਨਤਾ ਨਾਲ ਮਲੀਨ ਕੀਤਾ ਹੋਇਆ ਸੀ। ਤੇ ਗੁਰੂ ਸਾਹਿਬ ਨੇ ਥੈਂ ਥੈਂ ਤੇ ਸਾਨੂੰ ਸਮਝਾਇਆ। ਪਰ ਗੱਲ ਕੀ ਹੈ ਕਿ ਜਿੱਦਾਂ ਤੁਸੀਂ ਅੱਜ ਵੀ ਉਹਨਾਂ ਨੂੰ ਤੁਸੀਂ ਉਹਨੂੰ ਇੱਕ ਆਇਡੈਂਟੀ ਦੇ ਕੇ ਅਸੀਂ ਅਪਣਾ ਲਿਆ, ਜਿੱਦਾਂ ਇੱਕ ਫੋਟੋ ਬਣਾ ਕੇ ਅਸੀਂ ਉਹਨਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਜਦ ਕਿ ਅਪਣਾਉਣ ਦੀ ਉਹਨਾਂ ਦੀ ਵਿਚਾਰਧਾਰਾ ਦੀ ਲੋੜ ਹੈ। ਜਿਹੜੇ ਸਿਸਟਮ ਦੇ ਖਿਲਾਫ ਉਹ ਜੰਗ ਲੜੇ ਸੀ ਨਾ, ਸੰਘਰਸ਼ ਲੜੇ ਸੀ ਉਸ ਟਾਈਮ, ਉਹ ਜਿਹੜਾ ਅੱਜ ਵੀ ਉਹੀ ਸਿਸਟਮ ਆ। ਉਹ ਕਹਿੰਦੇ ਵੀ ਤੁਸੀਂ ਦਿਨ ਮਨਾਈ ਜਾਓ, ਕੋਈ ਚੱਕਰ ਨਹੀਂ, ਤੁਸੀਂ ਨਗਰ ਕੀਰਤਨ ਸ਼ੋਭਾ ਯਾਤਰਾਵਾਂ ਕਰੀ ਜਾਓ, ਪਰ ਉਹਨਾਂ ਦੀ ਵਿਚਾਰਧਾਰਾ ਨਾ ਅਪਣਾਓ। ਜੇ ਅਸੀਂ ਉਹਨਾਂ ਦੀ ਵਿਚਾਰਧਾਰਾ ਅਪਣਾ ਲੈਂਦੇ ਨਾ, ਤਾਂ ਸਾਡੇ ਜਿਹੜੇ ਅੱਜ ਹਾਲਾਤ ਵਾ ਨਾ, ਸਾਡੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਫਿਰ ਵੀ ਸਾਡੇ ਤੇ ਜ਼ੁਲਮ ਹੋ ਰਿਹਾ। ਜਿਹੜਾ ਰਵਿਦਾਸੀਆ ਭਾਈਚਾਰਾ ਹੈ ਨਾ, ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਜੇ ਇਹ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਅਪਣਾ ਲੈਣ ਤਾਂ ਸਾਡਾ ਸਵੇਰੇ ਬੇਗਮਪੁਰਾ ਵਸ ਜਾਵੇ। ਮੈਂ ਇੱਕ ਦਾਅਵੇ ਨਾਲ ਗੱਲ ਕਰਦਾ, ਜਿੱਦਣ ਅਸੀਂ ਉਹਨਾਂ ਦੀ ਕਹੀ ਹੋਈ ਗੱਲ ਨੂੰ ਮੰਨ ਲਿਆ ਨਾ, ਕਿਉਂਕਿ ਜਿਹੜਾ ਅਸੀਂ ਕਹਿੰਦੇ ਨਾ ਬੇਗਮਪੁਰਾ ਵਸਾਉਣਾ ਹੈ, ਉਹ ਵਸਾਉਣਾ ਉਸ ਲਈ ਜਦੋਂ ਤੁਸੀਂ ਉਸ ਗੱਲ ਨੂੰ ਅਪਣਾ ਲਿਆ। ਇਸ ਕਰਕੇ ਸਾਡੇ ਸਮਾਜ ਨੇ, ਸਾਡੇ ਲੋਕਾਂ ਨੇ ਹਲੇ ਅਪਣਾਇਆ ਨਹੀਂ, ਸਿਰਫ ਅਸੀਂ ਇੱਕ ਦਿਨ ਮਨਾਉਂਦੇ ਆ, ਉਹ ਵੀ ਥੋੜੇ ਦਿਨਾਂ ਲਈ। ਹਾਂਜੀ, ਇਸ ਕਰਕੇ ਮੈਂ ਇਹ ਵਿਚਾਰ ਤਾਂ ਰੱਖੀ ਹੈ ਕਿ ਪਹਿਲਾਂ ਜਦੋਂ ਵੀ ਕਿਸੇ ਰਹਿਬਰ ਨੂੰ ਮੰਨੀਏ, ਉਹਦੀ ਗੱਲ ਮੰਨੀਏ। ਹਾਂਜੀ। ਜਿੱਥੇ ਤੱਕ ਲੱਗਦਾ ਕਿ ਅਸੀਂ ਸੰਸਥਾਵਾਂ ਬਹੁਤ ਬਣਾ ਲਈਆਂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ। ਹਾਂਜੀ ਹਾਂਜੀ। ਆ ਜੇ ਮੈਂ ਕਹਾਂ ਕਿ ਦੁਕਾਨਾਂ ਬਣਾ ਲਈਆਂ, ਬਹੁਤ ਸਾਰੇ ਡੇਰੇ ਆ ਜਿਹੜੇ ਉਹਨਾਂ ਨੇ ਠੇਕਾ ਲਿਆ ਹੋਇਆ ਰਵਿਦਾਸ ਮਹਾਰਾਜ ਜੀ ਦੇ ਨਾਮ ਦਾ। ਆਪਣੀਆਂ ਦੁਕਾਨਾਂ ਚਲਾਉਂਦੇ ਆ। ਉਹਨਾਂ ਦੇ ਡੇਰਿਆਂ ਤੇ ਜੋ ਕੁਝ ਹੁੰਦਾ, ਮੂਰਤੀ ਪੂਜਾ ਹੁੰਦੀ ਆ, ਜਨਮ ਪੱਤਰੀਆਂ ਦੇਖੀਆਂ ਜਾਂਦੀਆਂ, ਸਮਾਂ ਲਿਖਿਆ ਹੋਇਆ ਆ, ਵਿਆਹ ਸ਼ਾਦੀ ਤੋਂ ਬਾਅਦ ਜਦੋਂ ਦਿਨ ਰੱਖਦੇ ਆ ਉਹ ਵੀ ਉਹਨਾਂ ਤੋਂ ਪੁੱਛ ਕੇ ਰੱਖਦੇ ਆ। ਪਰ ਉਹਨਾਂ ਨੇ ਜਿੱਥੇ ਤੱਕ ਦੁਨੀਆ ਬਹੁਤ ਸਾਰੀ ਉਹਨਾਂ ਨਾਲ ਜੁੜੀ ਹੋਈ ਹੈ, ਇਹ ਸਾਰਾ ਕੁਝ ਜੋ ਵਹਿਮ ਭਰਮ ਆ ਉਹਨਾਂ ਵੱਲੋਂ ਫੈਲਾਇਆ ਜਾਂਦਾ, ਉਹੀ ਵਹਿਮ ਭਰਮ ਗਾਹਾ ਜਾਂਦਾ। ਪਰ ਰਵਿਦਾਸ ਮਹਾਰਾਜ ਦੀ ਸੋਚ ਹੈ ਜਿਹੜੀ, ਉਹਨੂੰ ਤਾਂ ਅੱਗੇ ਵਧਣ ਨਹੀਂ ਦਿੰਦੇ। ਇਹਦੇ ਵਿੱਚ ਤੁਸੀਂ ਕੀ ਕਹਿੰਦੇ, ਕੌਣ ਜ਼ਿੰਮੇਵਾਰ ਹੈ ਇਹਦੇ ਵਿੱਚ, ਸੰਗਤ ਜਾਂ ਜਿਹੜੇ ਮੋਰੇ ਟੀਚਰ ਉਹਨਾਂ ਦੇ ਬੈਠੇ? ਦੇਖੋ ਜੀ, ਜਿਹੜਾ ਸਾਡਾ ਸਮਾਜ ਗੁਲਾਮ ਆ ਨਾ, ਅਸੀਂ ਗੁਲਾਮਾਂ ਦੇ ਗੁਲਾਮ ਆ। ਇਹ ਸਿੰਪਲ ਗੱਲ ਕਰਦਾ, ਜਿਹੜਾ ਮਨੂਵਾਦ ਆ ਨਾ, ਉਹ ਕੁਝ ਗੁਲਾਮ ਖਰੀਦਦਾ, ਉਹਨੂੰ ਇਹ ਪਤਾ ਆ ਵੀ ਅਸੀਂ ਇਹਨਾਂ ਨੂੰ ਸਿੱਧੇ ਨਹੀਂ ਗੁਲਾਮ ਕਰ ਸਕਦੇ, ਕਿਉਂਕਿ ਜਨੇਊ ਤੋਂ ਕਿਸੇ ਨੂੰ ਕੋਲੋਂ ਨਹੀਂ ਦਿੰਦਾ। ਉਹ ਇਹ ਤਾਂ ਤੁਸੀਂ ਆਪਣੇ ਰਹਿਬਰਾਂ ਦੇ ਨਾਲ ਜੋੜਦੇ ਆ ਗੱਲਾਂ। ਇਹ ਤੁਸੀਂ ਜਿਹੜਾ ਬ੍ਰਾਹਮਣ ਨੂੰ ਕਦੇ ਤੁਹਾਨੂੰ ਬ੍ਰਾਹਮਣ ਨਹੀਂ ਬਣਾਊਗਾ, ਉਹ ਤੁਹਾਨੂੰ ਹਿੰਦੂ ਬਣਾ ਦਊਗਾ। ਉਹ ਤੁਸੀਂ ਜੋ ਮਰਜ਼ੀ ਕਹਾਈ ਜਾਓ। ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕਹੀ ਨਾ, ਇਹ ਜਿਹੜਾ ਜਿੱਦਾਂ ਤੁਸੀਂ ਜਿਹਨਾਂ ਡੇਰਿਆਂ ਦਾ ਨਾਮ ਲਿਆ, ਦੇਖੋ ਮੈਂ ਇੱਕ ਹਮੇਸ਼ਾ ਗੱਲ ਕਰਨਾ, ਜੇ ਤਾਂ ਸਤਿਗੁਰੂ ਰਵਿਦਾਸ ਦੀ ਵਿਚਾਰਧਾਰਾ ਕੋ ਲੈ ਕੇ ਚੱਲਦਾ, ਫੇਰ ਉਹ ਡੇਰਾ ਵੀ ਪ੍ਰਵਾਨ ਹੈ। ਹਾਂ ਬਿਲਕੁਲ ਸਰ। ਫੇਰ ਉਹ ਸਕੂਲ ਵੀ ਪ੍ਰਵਾਨ ਹੈ, ਉਹ ਸੰਸਥਾ ਵੀ ਪ੍ਰਵਾਨ ਹੈ, ਉਹ ਹੈਗੇ ਆ ਵੀਰ ਵਿੱਚ। ਪਰ ਗੱਲ ਕੀ ਹੈ, ਉਹ ਜਿਹੜਾ ਮਨੂਵਾਦ ਵਾ ਨਾ, ਉਹ ਕੀ ਕਰਦਾ ਆ, ਉਹ ਕਹਿੰਦਾ ਵੀ ਤੁਸੀਂ ਇਹਨਾਂ ਦੇ ਮਤਲਬ ਇੱਕ ਇਹਨਾਂ ਦਾ ਮਾਨਸਿਕ ਤੌਰ ਤੇ ਇਹਨਾਂ ਨੂੰ ਗੁਲਾਮ ਰੱਖਣਾ, ਕਿ ਇਹ ਇੱਕ ਏਦਾਂ ਦੇ ਕਨਸੈਪਟ 'ਚ ਫਸੇ ਰਹਿਣ, ਨਰਕ ਸਵਰਗ 'ਚ, ਅਗਲੇ ਪਿਛਲੇ ਜਨਮਾਂ 'ਚ। ਇਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਰਾਜ ਕਰਨਾ ਕੀ ਆ, ਬੇਗਮਪੁਰਾ ਵਸਾਉਣਾ ਕੀ ਆ। ਉਹ ਲੋਕ ਜਿਹੜੇ ਗੁਲਾਮ ਉਹਨਾਂ ਦੇ, ਚਾਹੇ ਉਹ ਐਮਐਲਏ ਦੇ ਵਿੱਚ ਆ, ਚਾਹੇ ਬਾਬਿਆਂ ਦੇ ਵਿੱਚ ਆ, ਉਹਨਾਂ ਦੇ ਸੈੱਟ ਕੀਤੇ ਆ। ਅਸੀਂ ਲੋਕ ਗੁਲਾਮਾਂ ਦੇ ਗੁਲਾਮ ਆ। ਜਿਹੜਾ ਸਾਡਾ ਸਮਾਜ ਵਾ, ਉਹ ਮੱਥਾ ਟੇਕਣ ਦੇ ਵਿੱਚ ਵਿਸ਼ਵਾਸ ਰੱਖਦਾ, ਮੱਥਾ ਲਾਉਣ 'ਚ ਨਹੀਂ। ਉਹ ਡਰਿਆ ਹੋਇਆ ਸਮਾਜ ਹੈ, ਉਹ ਗੁਲਾਮ ਆ, ਉਹਨੂੰ ਉੜਨਾ ਆਉਂਦਾ, ਪਰ ਉਹ ਇਸ ਵੇਲੇ ਗੁਲਾਮ ਉਹਨੂੰ ਉੜਨਾ ਹੀ ਭੁੱਲ ਗਏ। ਤੇ ਸਾਡਾ ਜਿਹੜਾ ਸੰਘਰਸ਼ ਆ, ਉਹਨਾਂ ਨੂੰ ਜਗਾਉਣ ਦਾ ਹੈ, ਉਹਨਾਂ ਨੂੰ ਉਹਨਾਂ ਦੀ ਤਾਕਤ ਦਾ ਅਹਿਸਾਸ ਕਰਾਉਣ ਦਾ। ਪਰ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਆ, ਉਹ ਇੱਕ ਦੁਕਾਨਦਾਰੀ ਆ, ਉਹ ਪ੍ਰੋਫੈਸ਼ਨਲ ਵਾ। ਜਦੋਂ ਤੁਸੀਂ ਕਿਸੇ ਚੀਜ਼ ਤੇ ਜੌਬ ਤੇ ਜਾਂ ਡਰੱਗ ਵੇਚਦੇ ਆ ਨਾ, ਡਰੱਗ ਵੇਚਣ ਦੇ ਵੀ ਵੱਖਰੇ ਵੱਖਰੇ ਤਰੀਕੇ ਆ। ਕੋਈ ਮੈਡੀਸਿਨ 'ਚ ਵੇਚੀ ਜਾਂਦਾ, ਕੋਈ ਅਲਕੋਹਲ 'ਚ ਵੇਚੀ ਜਾਂਦਾ। ਨਸ਼ਾ ਤਾਂ ਨਸ਼ਾ ਹੀ ਹੈ। ਹੁਣ ਤੁਸੀਂ ਚਾਹੇ ਉਹ ਕਰਾਮਾਤ ਰਵਿਦਾਸ ਜੀ ਨਾਲ ਜੋੜ ਦਿਓ,
ਤੇ ਚਾਹੇ ਉਹ ਸ਼ਿਵ ਜੀ ਨਾਲ ਜੋੜ ਦਿਓ, ਚਾਹੇ ਬਾਬੇ ਨਾਨਕ ਨਾਲ ਜੋੜ ਦਿਓ, ਚਾਹੇ ਮੁਹੰਮਦ ਸਾਹਿਬ ਨਾਲ ਜੋੜ ਦਿਓ, ਉਹ ਜਿਹੜੀ ਚੀਜ਼ ਤੁਹਾਨੂੰ ਗੁਲਾਮ ਕਰਦੀ ਆ ਉਹ ਹੈਗੀ ਤਾਂ ਉਹ ਤੁਹਾਨੂੰ ਗੁਲਾਮ ਹੀ ਕਰਨਾ ਨਾ। ਇਸ ਕਰਕੇ ਜਿਹੜਾ ਇਹ ਕਨਸੈਪਟ ਹੋ ਨਾ ਸਾਡੇ ਰਹਿਬਰਾਂ ਦਾ, ਉਹ ਕਹਿੰਦੇ ਮਤਲਬ ਉਹ ਜਿੱਥੇ ਰਾਮ ਦੀ ਗੱਲ ਆਉਂਦੀ ਆ ਉਹ ਕਹਿੰਦੇ ਰਾਮ ਕਹਿਣ में भी ਭੇਦ ਵਾ। ਜਦੋਂ ਅਸੀਂ ਕਹਿੰਦੇ ਆ ਤੇ ਸਾਡਾ ਰਮਿਆ ਹੋਇਆ ਜ਼ਰਰੇ ਜ਼ਰਰੇ ਚ, ਜਦੋਂ ਇਹ ਸਾਨੂੰ ਅਰਾਧੀ ਬਣਾਉਂਦੇ ਆ, ਇਹ ਦਸ਼ਰਥ ਦੇ ਬੇਟੇ ਦੀ ਬਣਾਉਂਦੇ ਆ। ਕਹਿਣ ਦਾ ਮਤਲਬ ਕੀ ਆ, ਚਾਹੇ ਗੰਗਾ ਦਾ ਕਨਸੈਪਟ ਵਾ, ਚਾਹੇ ਸ਼ਿਵ ਜੀ ਦਾ ਕਨਸੈਪਟ ਵਾ, ਸਾਡਾ ਕਿਸੇ ਰਹਿਬਰ ਨਾਲ ਨਹੀਂ ਹੈ, ਸਾਨੂੰ ਕਿਸੇ ਨਾਲ ਕੋਈ ਅਲਰਜੀ ਨਹੀਂ ਹੈ। ਸਾਡਾ ਜਿਹੜਾ ਸਮਾਜ ਨੂੰ ਗੁਲਾਮ ਕਰਨ ਤੇ ਜਿਹੜੀਆਂ ਤੁਸੀਂ ਆਰਤੀਆਂ ਕਰਾਉਣੇ ਆ, ਜਾਂ ਤਾਂ ਇਹਨਾਂ ਚੀਜ਼ਾਂ ਨਾਲ ਸਾਡਾ ਸਮਾਜ ਆਜ਼ਾਦ ਹੋ ਜਾਂਦਾ। ਆਜ਼ਾਦ ਤਾਂ ਹੋਇਆ ਨਹੀਂ। ਤੁਸੀਂ ਥੋੜਾ ਜਿਹਾ ਹੁਣ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਵੀ ਮੰਨ ਕੇ ਦੇਖ ਲਓ, ਸ਼ਾਇਦ ਤੁਹਾਡੇ ਤੇ ਛੇਤੀ ਉਹ ਕਿਰਪਾ ਕਰ ਦੇਣ, ਕਿਉਂਕਿ ਅਸੀਂ ਕਿਰਪਾ ਚਾਹੁੰਦੇ ਆ ਏਦਾਂ ਫੋਟੋ ਤੇ ਆਸ਼ੀਰਵਾਦ ਆਈ ਜਾਵੇ ਤੇ ਸਮਾਜ ਸਾਡਾ ਗੁਲਾਮ ਰਹੇ, ਜੁੱਤੀਆਂ ਖਾਈ ਜਾਵੇ, ਕਿਉਂਕਿ ਅਵਿਦਿਆ ਦਾ ਹਿੱਤ ਕਰਨੇ ਵਾਲੇ ਲੋਕ ਕਦੇ ਵੀ ਰਾਜ ਨਹੀਂ ਕਰ ਸਕਦੇ। ਇਸ ਕਰਕੇ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਬਾਬਾ ਸਾਹਿਬ ਦੀ ਵੀ ਗੱਲ ਮੰਨਣੀ ਆ ਤੇ ਸਤਿਗੁਰੂ ਰਵਿਦਾਸ ਜੀ ਦੀ ਮੰਨਣੀ ਆ, ਉਹਦਾ ਗੱਲ ਦਾ ਮਤਲਬ ਉਹੀ ਹੈ, ਸੇਮ ਹੀ ਆ। ਅਵਿਦਿਆ ਹਿਤ ਕੀਨ ਵਿਵੇਕ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਮੈਂ ਇੱਕ ਡੇਰੇ ਤੇ ਗਿਆ, ਉਸ ਡੇਰੇ ਤੇ ਇੱਕ ਗੀਤ ਦੀ ਸ਼ੂਟਿੰਗ ਚੱਲਦੀ ਸੀ ਰਵਿਦਾਸ ਮਹਾਰਾਜ ਜੀ ਦੇ ਗੀਤ ਦੀ। ਉਹਦੇ ਵਿੱਚ ਜਦੋਂ ਉਹਨਾਂ ਨੇ ਬਾਅਦ ਦੇ ਵਿੱਚ ਪੁੱਛਿਆ, ਉੱਥੇ ਡੇਰੇ ਦਾ ਜਿਹੜਾ ਆਕਾ ਕਹਿ ਲਓ ਉਹ ਵੀ ਇੱਥੇ ਮੌਜੂਦ ਸੀ, ਤੇ ਅਸੀਂ ਕੁਝ ਬੰਦੇ ਸੀ ਤੇ ਉਹਨਾਂ ਨੂੰ ਇਹ ਪੁੱਛਿਆ, ਜਦੋਂ ਉਹਨੇ ਕਿਹਾ ਗੀਤਕਾਰ ਨੇ ਵੀ ਅਸੀਂ ਇੱਥੇ ਦਾ ਇਤਿਹਾਸ ਕੀ ਸਾਬਤ ਕਰੀਏ, ਕੀ ਦੱਸੀਏ। ਮੈਂ ਉੱਥੇ ਕਹਿ ਬੈਠਾ ਜਦੋਂ ਬਈ ਰਵਿਦਾਸ ਮਹਾਰਾਜ ਜੀ ਨੂੰ ਕ੍ਰਾਂਤੀਕਾਰੀ ਸਿੱਧ ਕਰੋ, ਤੇ ਉਹ ਬੰਦਾ ਮੇਰੇ ਨਾਲ ਇਸ ਗੱਲ ਤੋਂ ਲੜ ਪਿਆ। ਕਹਿੰਦਾ ਤੂੰ ਉਸ ਚੀਜ਼ ਨੂੰ ਕ੍ਰਾਂਤੀਕਾਰੀ ਕਹਿੰਦਾ, ਤੁਸੀਂ 4 ਜਮਾਤਾਂ ਪੜ੍ਹ ਕੇ ਅੰਬੇਡਕਰ ਨੂੰ ਚੁੱਕੀ ਫਿਰਦੇ ਆ ਤੁਸੀਂ ਬੰਦੇ। ਕਹਿੰਦਾ ਮੈਨੂੰ ਦੱਸੋ ਵੀ ਇੱਥੇ ਫਲਾਨੀ ਚੀਜ਼ ਨਿਕਲੀ, ਮੈਂ ਨਾਂ ਲੈਣਾ ਚਾਹੁੰਦਾ ਹੁਣ, ਸਿੱਧਾ ਸਭ ਤੋਂ ਜਾਣਾ ਵੀ ਇੱਥੇ ਫਲਾਨੀ ਨਿਕਲੀ ਆ, ਉਹ ਕ੍ਰਾਂਤੀਕਾਰੀ ਨਹੀਂ ਸੀ। ਜਨਊਦ ਖਾਲੇ ਕੱਢ ਕੇ ਉਹ ਨਹੀਂ ਸੀ, ਗੰਗਾ ਦੇ ਕੰਗਣ ਉਹ ਨਹੀਂ ਸੀ, ਉਹਨੇ ਉਹ ਸਵਾਲ। ਮੈਂ ਕਿਹਾ ਸਾਰੇ ਤਰਕ ਸੰਗਤ ਆ, ਇਹ ਗਲਤ ਸਵਾਲ ਹੈ, ਇਹਦੇ ਵਿੱਚ ਕੋਈ ਵੀ ਹਕੀਕਤ ਨਹੀਂ ਹੈਗੀ। ਤੁਸੀਂ ਕੀ ਜਾਣਦੇ ਕਿ ਜਿਹੜੇ ਇੱਕੋ ਹੀ ਗੱਲ ਸਾਡੇ ਛੋਟੇ ਹੁੰਦੇ ਜੋ ਬਜ਼ੁਰਗਾਂ ਤੋਂ ਚੱਲਦੀ ਆਉਂਦੀ ਆ, ਜਿਹੜਾ ਕੀਰਤਨੀ ਜਥਾ ਆਉਂਦਾ ਉਹ ਇੱਕੋ ਹੀ ਗੱਲ ਕਹਿੰਦਾ, ਮੋਢੇ ਵਿੱਚ ਰੰਬੀ ਮਾਰੀ, ਜਨਊਦ ਖਾਲੇ, ਗੰਗਾ ਦੇ ਵਿੱਚ ਕੰਗਣਾਂ ਦੀ ਗੱਲ, ਹੋਰ ਗੱਲਾਂ ਜਿਹੜੀਆਂ ਮਨ ਘੜਦੇ ਆ, ਜਿਨ੍ਹਾਂ ਨੇ ਸਾਨੂੰ ਹਜੇ ਵੀ ਡੁੱਬਿਆ ਹੋਇਆ। ਤੁਸੀਂ ਕੀ ਜਾਣਦੇ ਆ, ਇਹ ਬਹੁਤ ਵੱਡਾ ਰੋੜਾ ਨਹੀਂ ਕਿਤੇ ਸਾਡੇ ਸਮਾਜ ਦੀ ਸੋਚ ਦੇ ਵਿੱਚ, ਕ੍ਰਾਂਤੀਕਾਰੀ ਸੋਚ ਦੇ ਵਿੱਚ। ਦੇਖੋ ਜੀ, ਜਦੋਂ ਤੁਸੀਂ ਕਿਸੇ ਨੂੰ ਸਵਾਲ ਕਰਦੇ ਆ ਨਾ ਜੀ, ਉਹਨੇ ਵੀ ਪਹਿਲਾਂ ਬੜੀ ਪ੍ਰੈਕਟਿਸ ਕੀਤੀ ਹੁੰਦੀ ਹੈ। ਕਿਉਂਕਿ ਜਿਹੜੇ ਸਾਡੇ ਸਾਧ ਵਾ, ਇਹਨਾਂ ਨੇ ਕਿਹੜਾ ਕੋਈ ਕੰਮ ਕਰਨਾ ਹੁੰਦਾ, ਸਵੇਰ ਤੋਂ ਸ਼ਾਮ ਤੱਕ ਅਸੀਂ ਇਹੀ ਸੋਚਣਾ ਹੁੰਦਾ ਵੀ ਇਹਨਾਂ ਨੂੰ ਹੁਣ ਕਿਹਦੇ ਚ ਗੁਲਾਮ ਕਰਨਾ, ਹੁਣ ਅੱਗੇ ਕਿਹੜਾ ਛੱਡਣਾ ਆ। ਹੁਣ ਮਾਤਾ ਦੀਆਂ ਆ ਜਾਣੀਆਂ, ਕਹਾਂ ਬਾਬਾ ਦੀਆਂ ਆ ਜਾਣੀਆਂ, ਪੀਰਾਂ ਦੀਆਂ ਆ ਜਾਣੀਆਂ, ਇੱਕ ਸੀਜ਼ਨ ਵਾ। ਉਹਦੇ ਚ ਕੀ ਹੁੰਦਾ, ਇਹਨਾਂ ਦੀ ਪ੍ਰੈਕਟਿਸ ਬਹੁਤ ਹੈ। ਮੈਂ ਤੁਹਾਨੂੰ ਇਹ ਦੱਸਦਾ, ਜਦੋਂ ਤੁਸੀਂ ਕਿਸੇ ਦੂਸਰੇ ਧਰਮ ਨੂੰ ਕੰਡੈਮ ਕਰਦੇ ਆ, ਉੱਥੇ ਕੋਈ ਜਵਾਲਾ ਜੀ ਆ ਜਾਂ ਗਣੇਸ਼ ਨੂੰ ਆ, ਤੇ ਜਦੋਂ ਤੁਸੀਂ ਆਪਣੇ ਚ ਲੈਣੇ ਆ, ਗੱਲ ਕੀ ਆ, ਫਿਰ ਉਹ ਹਨੂਮਾਨ ਨੇ ਪਹਾੜੀ ਚੱਕ ਲਈ ਤਾਂ ਬਹੁਤ ਵੱਡਾ ਹੋਇਆ, ਅਸੀਂ ਤਾਂ ਛੋਟਾ ਜਿਹਾ ਪੱਥਰ ਤਾਰਿਆ, ਤੇ ਸਾਨੂੰ ਹਨੂਮਾਨ ਨੂੰ ਮੰਨਣਾ ਚਾਹੀਦਾ। ਮਤਲਬ ਜੇ ਕਰਾਮਾਤ ਦੇ ਹਿਸਾਬ ਨਾਲ ਮੰਨੀਏ ਤਾਂ ਉਹਨਾਂ ਕੋਲ ਮੇਰੇ ਲਈ ਤਾਂ ਮੈਂ ਜੇ ਦੇਖਦਾ ਤਾਂ ਦੇਵਤਾ ਸਭ ਤੋਂ ਵੱਡਾ ਵੀ ਹਨੂਮਾਨ ਹੋਇਆ। ਹਾਂ, ਵੱਡਾ ਛੋਟਾ ਦੇਖਣ ਦਾ। ਹਾਂ ਬਿਲਕੁਲ। ਤੇ ਉਹ ਜਿਹੜਾ ਸੂਰਜ ਨੂੰ ਮੂੰਹ ਚ ਪਾ ਲੈਂਦਾ ਉਹ ਵੱਡਾ ਹੋਇਆ, ਉਹਦੇ ਲਈ ਤਾਂ ਬਹੁਤ ਸਿਸਟਮ ਵਧੀਆ ਆ। ਹੁਣ ਗੱਲ ਕੀ ਆ, ਜਿਹੜੇ ਤੁਸੀਂ ਕਹਿੰਦੇ ਨੇ ਡੇਰਾਬਾਦ ਇਹ ਸਮਾਜ ਵਾ ਨਾ, ਉਹਦੇ ਚ ਕੀ ਆ, ਉਹਨਾਂ ਨੂੰ ਸ਼ਕਤੀਆਂ ਕਰਾਮਾਤਾਂ ਕੋਈ ਸਾਬਤ ਨਹੀਂ ਕਰਨੀਆਂ ਪੈਣੀਆਂ। ਉਹ ਕਹਾਣੀਆਂ ਚਾਹ ਇਹਨਾਂ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਡੇ ਜ਼ਰੀਏ ਵੀ ਜਦੋਂ ਬਾਬਾ ਸਾਹਿਬ ਨੇ ਸੰਵਿਧਾਨ ਨਹੀਂ ਸੀ ਲਿਖਿਆ ਅੱਜ ਤੋਂ 47 ਤੋਂ ਪਹਿਲਾਂ, ਤੇ ਕਿੰਨੇ ਕ ਸਾਡੇ ਡੇਰੇ ਸੀਗੇ, ਤੇ ਕਿੰਨੀਆਂ ਕ ਸਾਡੀਆਂ ਧਰਮਸ਼ਾਲਾ ਸੀਗੀਆਂ, ਤੇ ਕਿੰਨੀਆਂ ਕ ਤੁਸੀਂ ਪੱਥਰੀਆਂ ਉਸ ਵੇਲੇ ਕਨਸੈਪਟ ਬਣਾ ਲਏ, ਕਿੰਨੀਆਂ ਕ ਸਾਡੀਆਂ ਸ਼ੁਭ ਯਾਤਰਾ ਜਾਂਦੀਆਂ ਸੀਗੀਆਂ। ਸਾਨੂੰ ਤਾਂ ਖੜਨ ਦਾ ਹੁਕਮ ਨਹੀਂ ਸੀਗਾ, ਇਹ ਤਾਂ ਸੰਵਿਧਾਨ ਲਿਖਿਆ ਗਿਆ, ਉਹਦੇ 'ਚ ਤੁਹਾਨੂੰ ਰਾਈਟ ਮਿਲੇ। ਫਿਰ ਸਾਹਿਬ ਕਾਂਸ਼ੀ ਰਾਮ ਜੀ ਨੇ ਵੀ ਤੁਹਾਡੇ ਲਈ ਸੰਘਰਸ਼ ਲੜਿਆ, ਤਾਂ ਜਾ ਕੇ ਤੁਹਾਡੇ ਇਹ ਧਰਮ ਸਥਾਨ ਬਣੇ ਆ, ਤਾਂ ਤੁਹਾਨੂੰ ਖੜਨ ਜੋਗੀ ਜਗ੍ਹਾ ਮਿਲੀ। ਤੁਸੀਂ ਅੱਜ ਵੀ ਕੋਈ ਵੀ ਦਾਵਾ ਕਰਦੇ ਨਾ, ਜਾ ਕੇ ਸਾਡੇ ਨਾਲ ਜੋ ਧੱਕਾ ਹੁੰਦਾ ਤੇ SC ST ਕਾਨੂੰਨ ਦਾ ਜਾ ਕੇ ਦਾਵਾ ਕਰਦੇ ਆ, ਉਹ ਕਿਹਨੇ ਲਿਖਿਆ, ਕਿੱਥੋਂ ਆਇਆ ਉਹ, ਉਸ ਵੇਲੇ ਕੋਈ ਸਾਧ ਬਾਬਾ ਨਾਲ ਕਿਉਂ ਨਹੀਂ ਖੜਦਾ। ਇਸ ਕਰਕੇ ਸਾਡੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਬਾਬਾ ਸਾਹਿਬ ਜੋ ਕਰਕੇ ਗਏ ਆ ਨਾ, ਉਹ ਕਿਸੇ ਵੀ ਸ਼ਕਤੀ ਨੇ, ਕਿਸੇ ਧਰਮ ਨੇ ਨਹੀਂ ਕੀਤਾ, ਉਹਨਾਂ ਦੀ ਐਜੂਕੇਸ਼ਨ ਨੇ ਕੀਤਾ, ਤਾਂ ਉਹਨਾਂ ਨੇ ਸੰਵਿਧਾਨ ਲਿਖ ਕੇ ਸਾਨੂੰ ਉਹ ਹੱਕ ਲੈ ਕੇ ਦਿੱਤੇ। ਬਿਲਕੁਲ। ਹਾਂਜੀ, ਇਸ ਕਰਕੇ ਮੈਂ ਬਾਕੀ ਜਿਹੜੀ ਇਹ ਜਿਹੜਾ ਮਨੂਵਾਦ ਆ ਨਾ, ਇਹਦਾ ਕੋਈ ਰੂਪ ਨਹੀਂ ਹੈਗਾ। ਜੇ ਤੁਸੀਂ ਕਹੋ ਵੀ ਉਹ ਫਲਾਨਾ ਕੋਈ ਪੱਗ ਬੰਨ ਕੇ ਵੀ ਕਰ ਸਕਦਾ, ਟੋਪੀ ਲਾ ਕੇ ਵੀ ਕਰ ਸਕਦਾ, ਇਸ ਕਰਕੇ ਇਹ ਸਾਨੂੰ ਸੋਚਣਾ ਪੈਣਾ, ਇਹ ਅਸੀਂ ਸੋਚਣਾ ਪੈਣਾ। ਅਸੀਂ ਤਾਂ ਨਹੀਂ ਉਸ ਮਨੂਵਾਦ ਦਾ ਸ਼ਿਕਾਰ, ਪਹਿਲਾਂ ਅਸੀਂ ਆਜ਼ਾਦ ਖੁਦ ਹੋਈਏ। ਮੈਂ ਚਾਹੇ ਪ੍ਰੈਸ ਵਾ, ਚਾਹੇ ਕੋਈ ਚੈਨਲ ਵਾਲਾ ਆ, ਚਾਹੇ ਉਹ ਅੰਬੇਡਕਰੀ ਉਸ ਵੇਲੇ ਆ ਜਦੋਂ ਉਹ ਵਿਚਾਰਧਾਰਾ ਨੂੰ ਬਣਾ ਲੈਂਦਾ। ਅੰਬੇਡਕਰੀ ਉਹਨਾਂ ਚਿਰ ਨਹੀਂ, ਅੰਬੇਡਕਰ ਸਾਹਿਬ ਨੂੰ ਕਿਸੇ ਧਰਮ ਨਾਲ ਨਹੀਂ ਜੋੜਿਆ। ਕਹਿੰਦਾ ਸੀ ਕਿਸੇ ਰਾਈਟਰ ਨੇ ਲਿਖਿਆ ਸੀ, ਜਦੋਂ ਪਿੱਛੇ ਜੇ ਲੇਲਨ ਦੀਆਂ ਫੋਟੋਆਂ ਤੋੜੀਆਂ ਗਈਆਂ, ਅੰਬੇਡਕਰ ਦੀਆਂ ਵੀ ਭਾਰਤ ਦੇ ਵਿੱਚ ਤੋੜੀਆਂ ਗਈਆਂ, ਉਸ ਬੰਦੇ ਨੇ ਬਹੁਤ ਵੱਡਾ ਆਰਟੀਕਲ ਲਿਖਿਆ ਸੀ। ਉਹਨੇ ਕਿਹਾ ਸੀ ਇਹਦੇ ਵਿੱਚ ਕੋਈ ਗੁੱਸੇ ਦੀ ਗੱਲ ਨਹੀਂ ਕਿ ਉਹਨਾਂ ਦੀ ਮੂਰਤੀਆਂ ਤੋੜਤੀਆਂ, ਇਹ 'ਚ ਸਾਡੀ ਨਾਕਾਮੀ ਆ, ਤੋੜਨ ਵਾਲੇ ਦੀ ਨਾਕਾਮੀ ਨਹੀਂ, ਕਿਉਂਕਿ ਅਸੀਂ ਅੰਬੇਡਕਰ ਨੂੰ ਮੰਨ ਲਓ ਇਹਨਾਂ ਦੇ ਦਿਮਾਗ ਦੇ ਵਿੱਚ ਨਹੀਂ ਲੋਕਾਂ ਦੇ ਪਹੁੰਚਾ ਸਕੇ, ਅਸੀਂ ਘਰ ਘਰ ਜਾ ਕੇ ਪਹੁੰਚ ਨਹੀਂ ਕੀਤੀ। ਜਿਹੜਾ ਅੰਬੇਡਕਰ ਸਾਹਿਬ ਨੂੰ ਨਾ, ਜੇ ਕੋਈ ਉਹਨਾਂ ਦੀ ਤਸਵੀਰ ਨੂੰ ਕੋਈ ਤੋੜ ਦਵੇ ਜਾਂ ਉਹਨੂੰ ਕੋਈ ਤੋੜਿਆ ਉਸ ਲਈ ਜਾਂਦਾ ਜਦੋਂ ਤੁਹਾਡੇ ਕੋਲ ਜਵਾਬ ਨਹੀਂ ਹੈ, ਜਵਾਬ ਨਹੀਂ, ਤੁਸੀਂ ਸਪੀਚਲੈਸ ਹੋ ਜਾਂਦੇ ਆ। ਹੁਣ ਤੁਸੀਂ ਫਿਜ਼ੀਕਲ ਤੌਰ ਤੇ ਅਟੈਕ ਕਦੋਂ ਕਰਦੇ ਆ, ਜੇ ਤੁਹਾਡੇ ਕੋਲ ਜਵਾਬ ਹੀ ਹੈ ਨਹੀਂ।
ਜਦੋਂ ਨਾ ਮਨੂਵਾਦ ਵਾ ਇਹ ਇੱਕ ਤਰੀਕਾ ਨਹੀਂ ਸੁੱਖਾ ਸਿੰਘ ਜੀ ਮੇਰੀ ਗੱਲ ਸੁਣੋ, ਬਿਲਕੁਲ ਤੁਹਾਡੀ ਗੱਲ ਮੈਂ ਐਗਰੀ ਆ, ਪਰ ਇਹਦੇ ਵਿੱਚ ਸਾਡਾ ਨਹੀਂ ਕਿਤੇ ਖੋਟ ਗਿਆ ਸੀ। ਜੇ ਉਹਨਾਂ ਦੇ ਦਿਮਾਗ ਦੇ ਵਿੱਚ ਅੰਬੇਡਕਰ ਪਾਇਆ ਹੁੰਦਾ ਤੇ ਨਹੀਂ ਟੁੱਟਣੀਆਂ ਸੀ। ਤੁਸੀਂ ਇਹ ਮੰਨ ਕੇ ਚੱਲੋ, ਉਹ ਤਾਂ ਤੁਹਾਨੂੰ ਮੈਂ ਕਿਸੇ ਜਿੱਦਾਂ, ਕਿਉਂਕਿ ਜਦੋਂ ਮੈਂ ਬਾਬਾ ਸਾਹਿਬ ਨੂੰ ਮੰਨਦਾ ਉੱਥੇ ਤੱਕ ਕੀ ਕਹਿੰਦੇ ਵੀ ਸ਼ਖਸੀ ਪੂਜਾ ਜਿਹੜੀ ਹੈ ਨਾ ਉਹ ਮਤਲਬ ਬੰਦੇ ਨੂੰ ਗੁਲਾਮ ਕਰਦੀ ਹੈ। ਹੁਣ ਮੈਂ ਬਾਬਾ ਸਾਹਿਬ ਦੀ ਗੱਲ ਮੰਨਣੀ ਹੈ ਨਾ, ਬਾਬਾ ਸਾਹਿਬ ਕੀ ਕਹਿੰਦੇ ਆ ਕਿਸੇ ਦੇ ਵਿਚਾਰਾਂ ਨੂੰ ਅਪਣਾ ਲੈਣਾ। ਦੇਖੋ ਉਹ ਹਮੇਸ਼ਾ ਜਿੰਦਾ ਨੇ। ਤੁਸੀਂ ਦੱਸੋ ਕਿ ਬਾਬਾ ਸਾਹਿਬ ਨੂੰ ਮੁੜ ਕੇ ਦੁਨੀਆ ਦੇ ਉੱਤੇ ਕਹਿਣ ਦੀ ਲੋੜ ਨਹੀਂ ਹੈ ਕਿ ਉਹਨਾਂ ਦਾ ਸਾਰੇ ਦੁਨੀਆ ਦੇ ਵਿੱਚ ਨਾਂ ਆ। ਤੁਹਾਡੇ ਨੇ ਕੁਝ ਕੀਤਾ ਹੋਊਗਾ, ਤੁਸੀਂ ਇਦਾਂ ਕਹਿੰਦੇ ਵੀ ਸਾਨੂੰ ਆਹ ਕੁਝ ਲੈ ਕੇ ਦਿੱਤਾ। ਜਿਹੜੀਆਂ ਬਾਹਰਲੀਆਂ ਕੰਟਰੀਆਂ ਜਿਹੜੀਆਂ ਉਹਨਾਂ ਲੋਹਾ ਮੰਨਿਆ, ਕਿਉਂਕਿ ਉਹਨਾਂ ਨੇ ਦੇਖਿਆ ਵੀ ਜਿਹੜਾ ਬਾਬਾ ਸਾਹਿਬ ਕੰਮ ਕਰਕੇ ਗਏ ਆ ਨਾ ਉਹ ਤੋਂ ਪਹਿਲਾਂ ਕੋਈ ਕਰ ਨਹੀਂ ਸਕਿਆ। ਇੰਨੀ ਐਜੂਕੇਸ਼ਨ ਪ੍ਰਾਪਤ ਕਰਕੇ ਉਹਨਾਂ ਨੇ ਔਰਤ ਦੀ ਆਜ਼ਾਦੀ ਲਈ ਸੰਘਰਸ਼ ਲੜਿਆ। ਹੁਣ ਕਹਿਣ ਦਾ ਮਤਲਬ ਜਿਹੜੀ ਤੁਸੀਂ ਕਰਕੇ ਨਾ ਅੰਬੇਡਕਰ ਸਾਹਿਬ ਨੂੰ ਅਪਣਾਉਣਾ ਹੀ ਮਨੂਵਾਦ ਦੇ ਖਿਲਾਫ ਹੈ। ਤੁਸੀਂ ਇਹ ਨਹੀਂ ਗੱਲ ਉਹਦੀਆਂ 22 ਪ੍ਰਤੀਗਿਆਵਾਂ ਪੜੋਗੇ ਨਾ, ਪਹਿਲੀ ਪ੍ਰਤੀਗਿਆ ਇਹ ਕਲੀਅਰ ਕਰ ਦਿੰਦੀ ਕਿ ਬਾਬਾ ਸਾਹਿਬ ਦੀ ਸੋਚ ਕੀ ਹੈ। ਇਸ ਕਰਕੇ ਉਹ ਬੋਧੀ ਹੋ ਜਾਣਾ, ਸਿੱਖ ਹੋ ਜਾਣਾ, ਮੈਂ ਕਹਿੰਦਾ ਅੰਬੇਡਕਰ ਹੀ ਹੋ ਜਾਣਾ ਸਭ ਤੋਂ ਵੱਡਾ ਹੀ ਇਹ ਤੁਹਾਡਾ ਅੰਦੋਲਨ। ਤੁਹਾਡੀਆਂ ਗੱਲਾਂ ਦੇ ਨਾਲ ਇੱਕ ਆਖਰੀ ਸਵਾਲ ਜਿਹੜਾ ਮੇਰਾ ਇਹ ਆ ਕਿ ਇੱਕ ਨਵਾਂ ਪਾੜਾ ਕਾਫੀ ਸਾਲਾਂ ਤੋਂ ਸ਼ੁਰੂ ਹੋਇਆ, ਜਿਹੜਾ ਕਿ ਪਹਿਲਾਂ ਦੱਬਿਆ ਹੋਇਆ ਸੀ ਲੋਕਾਂ ਦੇ ਜ਼ਬਾਨ ਦੇ ਵਿੱਚ ਥੋੜਾ ਸੀਗਾ, ਹੁਣ ਸੋਸ਼ਲ ਮੀਡੀਆ ਤੇ ਵੀ ਆ। ਅੰਬੇਡਕਰੀ, ਰਵਿਦਾਸੀਏ ਤੇ ਬੋਧੀ, ਇਹਨਾਂ ਵਿੱਚ ਇੱਕ ਪਾੜਾ ਖੜਾ ਕੀਤਾ ਜਾਂਦਾ। ਇੱਕ ਸੋਸ਼ਲ ਮੀਡੀਆ ਤੇ ਲਹਿਰ ਆ ਕਿ ਇਹ ਆਪਸ ਵਿੱਚ ਇਹਨਾਂ ਨੂੰ ਵਿਰੋਧੀ ਮੰਨਦੇ ਆ। ਉਹ ਕੁਝ ਉਹਨਾਂ ਨੂੰ ਕਿਹਾ ਜਾਂਦਾ, ਕੁਝ ਰਵਿਦਾਸੀਏ ਕਹਿ ਦਿੰਦੇ ਕਿ ਜਿਹੜੇ ਬੋਧੀ ਆ ਇਹ ਸ਼ਰਯੰਤਰ ਦੇ ਨਾਲ ਇੱਥੇ ਹੈ। ਰਵਿਦਾਸ ਮਹਾਰਾਜ ਦੀ ਸੋਚ ਨਹੀਂ ਮੰਨਦਾ, ਜਦ ਕਿ ਅਸੀਂ ਜਿਹੜਾ ਦੇਖਦੇ ਆ ਅਸੀਂ ਕਹਿੰਦੇ ਨਾਨਕ, ਰਵਿਦਾਸ, ਕਬੀਰ, ਅੰਬੇਡਕਰ, ਅਸੀਂ ਇਹਨਾਂ ਦੀ ਸੋਚ ਨੂੰ ਫੋਲੋ ਕਰਦੇ ਹਾਂ। ਲਾਲਾ ਹਰਦਿਆਲ ਨੇ ਕਿਹਾ ਸੀ ਜਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਉਹ ਰੱਖ ਲਓ ਦਾਣੇ, ਜਿੱਦਾਂ ਕਣਕ ਦੇ ਦਾਣੇ ਹੁੰਦੇ, ਬਾਕੀ ਥੋੜੀ ਥੋੜੀ ਛੱਡ ਦਿਓ। ਤੁਸੀਂ ਕੀ ਜਾਣਦੇ? ਮੈਂ ਤਾਂ ਇਹ ਗੱਲ ਕਹਿਣਾ ਜੀ, ਦੇਖੋ ਤੁਸੀਂ ਇੱਕ ਦੋ ਰਹਿਬਰਾਂ ਦੇ ਨਾਂ ਲਏ, ਜਦੋਂ ਤੁਸੀਂ ਨਾ ਤਥਾਗਤ ਨੂੰ ਵੀ ਪੜ੍ਹਦੇ ਆ ਜਾਂ ਕਿਸੇ ਨੂੰ ਵੀ ਪੜ੍ਹਦੇ, ਉਹ ਰਹਿਬਰ ਤੁਹਾਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਆ ਕਿ ਤੁਸੀਂ ਸਮੇਂ ਦੇ ਹਿਸਾਬ ਨਾਲ ਸੋਚਿਓ। ਬਿਲਕੁਲ, ਕਦੇ ਉਹ ਇਦਾਂ ਨਹੀਂ ਕਹਿੰਦੇ ਵੀ ਮੈਂ ਇੱਥੇ ਤੱਕ ਸੋਚ ਦਿੱਤਾ ਤਾਂ ਗਾਹਾਂ ਤੁਸੀਂ ਸੋਚਿਓ ਨਾ। ਤੁਸੀਂ ਬਾਬੇ ਨਾਨਕ ਨੂੰ ਵੀ ਪੜ੍ਹਦੇ ਆ, ਬਾਬੇ ਰਵਿਦਾਸ ਨੂੰ ਪੜ੍ਹਦੇ ਆ, ਬਾਬਾ ਸਾਹਿਬ ਨੂੰ ਪੜ੍ਹਦੇ ਆ, ਉਹ ਕਦੇ ਸਮਾਜ ਨੂੰ ਰੋਕ ਕੇ ਥੋੜ੍ਹਾ ਗਏ ਆ। ਉਹ ਕਹਿੰਦੇ ਤੁਸੀਂ ਸਮੇਂ ਦੇ ਹਿਸਾਬ ਨਾਲ ਆਪਣੇ ਜਿੱਦਾਂ ਮਤਲਬ ਵਿਚਾਰ ਰੱਖਿਓ। ਹੁਣ ਕਹਿਣ ਦਾ ਮਤਲਬ ਜਿਨ੍ਹਾਂ ਦੀਆਂ ਤੁਸੀਂ ਵਿਚਾਰਧਾਰਾ ਅਪਣਾਉਣੀ ਹੈ ਨਾ, ਤੁਹਾਨੂੰ ਆਪਣੇ ਤੋਂ ਸ਼ੁਰੂ ਕਰਨਾ ਪੈਣਾ। ਬਾਬਾ ਸਾਹਿਬ ਨੂੰ ਜਿੱਦਾਂ ਤੁਸੀਂ ਕਿਸੇ ਧਰਮ ਨਾਲ ਨਹੀਂ ਜੋੜ ਸਕਦੇ, ਕਿਉਂਕਿ ਉਹ ਧਰਮਾਂ ਤੋਂ ਬਾਹਰ ਹੈ। ਜਿਹੜੇ ਰਹਿਬਰ ਹੁੰਦੇ ਆ ਨਾ ਉਹਨਾਂ ਦਾ ਤੁਸੀਂ ਇਨਸਾਨੀਅਤ ਧਰਮ ਹੁੰਦਾ ਹੈ, ਤੇ ਉਹਨਾਂ ਨੂੰ ਅਸੀਂ ਕਿਸੇ ਹੁਣ ਅਸੀਂ ਰਹਿਬਰ ਵੰਡ ਲੈਂਦੇ ਹਾਂ। ਅਸੀਂ ਕਹਿੰਦੇ ਅੰਬੇਡਕਰੀ ਹੋਣਾ, ਬੁੱਧਿਸਟ ਹੋਣਾ, ਸਿੱਖ ਹੋਣਾ। ਮੈਂ ਕਹਿੰਦਾ ਤੁਸੀਂ ਵਿਚਾਰਾਂ ਤੋਂ ਹੋਵੋ, ਪਹਿਰਾਵੇ ਤੋਂ ਨਹੀਂ। ਪਹਿਰਾਵਾ ਤੁਸੀਂ ਜਿੱਦਾਂ ਦਾ ਰਹਿਣਾ ਚਾਹੁੰਦੇ ਰਹਿ ਸਕਦੇ ਆ। ਇਸ ਕਰਕੇ ਜਿਨ੍ਹਾਂ ਦੀਆਂ ਤੁਸੀਂ ਨਾਂ ਲਏ ਆ ਨਾ, ਉਹ ਇਹਨਾਂ ਚੀਜ਼ਾਂ ਤੋਂ ਬਾਹਰ ਹੋ ਕੇ ਲੜਾਈ ਲੜੇ ਆ। ਇਸ ਕਰਕੇ ਜੇ ਅਸੀਂ ਚਾਹੁੰਦੇ ਆ ਕਿ ਅਸੀਂ ਉਹਨਾਂ ਦਾ ਮਿਸ਼ਨ ਲੈ ਕੇ ਚੱਲੀਏ, ਜਿੱਦਾਂ ਬਾਬਾ ਸਾਹਿਬ ਨੇ ਕਿਹਾ ਮੈਂ ਇੱਥੇ ਤੱਕ ਲੈ ਆ, ਜੇ ਤੁਸੀਂ ਇਹ ਤੋਂ ਅੱਗੇ ਨਾ ਲਿਜਾ ਸਕੇ, ਇਹ ਤੋਂ ਪਿੱਛੇ ਵੀ ਨਾ ਜਾਣ ਦਿਓ, ਤਾਂ ਉਹਨਾਂ ਦੇ ਵਿਚਾਰਾਂ ਨੂੰ ਅਪਣਾਈਏ। ਇਹ ਮੇਰੀ ਬੇਨਤੀ ਹੈ। ਧੰਨਵਾਦ ਜੀ। ਜਿਹੜੇ ਵਿਚਾਰ ਅੱਜ ਸਾਂਝੇ ਕੀਤੇ ਗਏ ਆ, ਮੈਨੂੰ ਉਮੀਦ ਹੈ ਕਿ ਮੈਨੂੰ ਇੰਨੀ ਨੌਲੇਜ ਨਹੀਂ ਸੀ ਜਿੰਨੀ ਮੈਨੂੰ ਸਿੱਖਣ ਨੂੰ ਮਿਲੀ ਆ। ਮਸਲਾ ਸਿਰਫ ਇਹ ਹੀ ਆ ਕਿ ਜਿੰਨਾ ਚਿਰ ਅਸੀਂ ਵਿਚਾਰ ਨਹੀਂ ਕਰਦੇ, ਵਿਚਾਰ ਗੋਸ਼ਟੀ ਨਹੀਂ ਕਰਦੇ, ਉਹਨਾਂ ਚਿਰ ਕਿਸੇ ਮਸਲੇ ਦਾ ਹੱਲ ਨਹੀਂ। ਰਵਿਦਾਸ ਇੱਕ ਆ, ਨਾਨਕ ਇੱਕ ਆ, ਕਬੀਰ ਇੱਕ ਆ। ਜਾਤਾਂ ਪਾਤਾਂ ਦਾ ਜਿੰਨਾ ਹੋ ਸਕੇ ਜੋ ਗੁਰੂਆਂ ਨੇ ਕਿਹਾ ਉਹਨਾਂ ਖੰਡਨ ਕਰੋ। ਬਾਬਾ ਸਾਹਿਬ ਦੀ ਸੋਚ ਹੈ ਜਿਹੜੀ ਸਭ ਤੋਂ ਉੱਚੀ ਤੇ ਸੁੱਚੀ ਸੋਚ ਹੈ। ਸਭ ਨੂੰ ਮੇਰੇ ਵੱਲੋਂ ਜੈ ਭੀਮ, ਲਾਲ ਸਲਾਮ।